ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜ਼ਕ ਸੰਭਾਏ। ਸਾਈਂ ਕਾਰ ਕਮਾਵਣੀ, ਤੁਰ ਚੌਂਡੀ ਤਿਲੈ ਪਾਏ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸੈ ਰਜਾਏ, ਸੋ ਕਰੇ ਜਿਤ ਸੈ ਰਜਾਏ। ਸੁਧ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਬਣ ਆਵੇ। ਆਓ ਸਰਵਨ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਨਰਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸ਼ਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਨਾਮੋ ਚਿਤਵੈ ਨਾਮ ਪੜੈ, ਨਾਮ ਰਹੈ ਲਿਵ ਲਾਏ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਭਲੈ ਪਾਏ। ਨਾਨਕ ਨਾਮੇ ਰਤਿਆ, ਨਾਮੋ ਭਲੈ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਤੇ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਦੀ ਵਾਰ ਦਾ ਹੈ, 27ਵਾਂ ਸ਼ਬਦ ਹੈ। ਇਸ ਵਿੱਚ 2 ਸ਼ਲੋਕ ਤੇ 1 ਪੌੜੀ। ਸ਼ਲੋਕਾਂ ਸਮੇਤ ਪੌੜੀ ਵੀ ਗੁਰੂ ਰਾਮਦਾਸ ਜੀ ਦੀ ਹੀ ਉਚਾਰਨ ਕੀਤੀ ਹੈ। ਮਹਾਰਾਜ ਜੀ ਕੀ ਕਿਰਪਾ ਕਰਦੇ ਨੇ, ਆਓ ਆਪਾਂ ਸਮਝੀਏ ਜੀ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਗੁਰਮੁਖ ਹੁੰਦਾ ਕੌਣ ਆ? ਕਹਿੰਦੇ ਅੰਦਰੋਂ ਬਿਲਕੁਲ ਸ਼ਾਂਤ ਹੁੰਦਾ ਹੈ। ਉਹਦੇ ਅੰਦਰ ਕੋਈ ਭਟਕਣਾ ਨਹੀਂ ਹੈ, ਕੋਈ ਡਰ ਨਹੀਂ ਹੈ, ਕੋਈ ਭਰਮ ਨਹੀਂ ਹੈ, ਅਤੇ ਬਿਲਕੁਲ ਉਹਦਾ ਟਿਕਾਅ ਬਣਿਆ ਹੁੰਦਾ। ਮਨ ਕਰਕੇ ਤਨ ਕਰਕੇ ਵਿੱਚ ਉਹ ਨਾਮ ਦੇ ਵਿੱਚ ਉਹ ਸਮਾਇਆ ਹੋਇਆ ਹੁੰਦਾ ਹੈ। ਮਨ ਤਨ ਨਾਮ ਸਮਾਏ, ਗੁਰਮੁਖ ਦੀ ਨਿਸ਼ਾਨੀ ਦੱਸੀ ਹੈ। ਨਾਮੋ ਚਿਤਵੈ ਨਾਮ ਪੜ੍ਹੈ, ਨਾਮ ਰਹਿ ਲਿਵ ਲਾਏ। ਨਾਮ ਨੂੰ ਹੀ ਉਹ ਪੜ੍ਹਦਾ ਹੈ, ਭਾਵ ਜੋ ਪੜ੍ਹਦਾ ਉਹਦੇ 'ਚੋਂ ਨਾਮ ਹੀ ਲੈਂਦਾ ਹੈ। ਅਤੇ ਨਾਮੋ ਚਿਤਵੈ, ਨਾਮ ਦੀ ਹੀ ਚਿਤਵਨੀ ਕਰਦਾ ਹੈ, ਅਤੇ ਨਾਮ ਦੇ ਵਿੱਚ ਹੀ ਲਿਵ ਲਾ ਕੇ ਰੱਖਦਾ ਹੈ।
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ। ਬੰਦਾ ਚਿੰਤਾ ਕਰਕੇ ਬਹੁਤ ਬਿਲਕਦਾ, ਬੜੀ ਵੱਡੀ ਬਲਾ ਹੈ ਜਿਹੜੀ ਚਿੰਤਾ ਹੈ। ਨਾਮ ਤੋਂ ਬਿਨਾਂ ਇਹ ਬਲਾ ਕਦੀ ਦੂਰ ਨਹੀਂ ਹੋ ਸਕਦੀ ਹੈ। ਥੋੜ੍ਹਾ ਸਮਾਂ ਟਾਈਮ ਕੱਢ ਕੇ ਹੋਰ ਜੋ ਗੱਲਾਂ ਕਰਦਾ, ਕਦੀ ਆਪਣੀ ਚਿੰਤਾ ਕਿਸੇ ਨੂੰ ਦੱਸਦਾ, ਕਦੀ ਰਿਸ਼ਤੇਦਾਰ, ਕਦੀ ਸੱਜਣ, ਕਦੀ ਮਿੱਤਰ ਨੂੰ ਚਿੰਤਾ ਦੱਸਦਾ ਹੈ। ਉਹੋ ਹੀ ਥੋੜ੍ਹਾ ਜਿਹਾ ਸਮਾਂ ਕੱਢ ਕੇ ਇਕਾਂਤ ਵਿੱਚ ਬੈਠ ਕੇ ਤੇ ਨਾਮ ਜਪ ਲਵੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਅਤੇ ਉਹਦੀ ਜਿਹੜੀ ਚਿੰਤਾ ਇਹ ਬਲਾ ਬਣੀ ਹੋਈ ਸੀ ਨਾ, ਕਹਿੰਦੀ ਸੱਚੇ ਪਾਤਸ਼ਾਹ ਕਹਿੰਦੇ ਚਲੇ ਜਾਂਦੀ, ਦੂਰ ਹੋ ਜਾਂਦੀ ਹੈ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁਖ ਸਭ ਜਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਅੰਦਰ ਨਾਮ ਪੈਦਾ ਹੁੰਦਾ। ਬਾਣੀ ਪੜ੍ਹਦਿਆਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਫਿਰ ਆਪਣੇ ਆਪ ਅੰਦਰੋਂ ਨਾਮ ਚੱਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਫਿਰ ਨਾਮ ਚੱਲਦਾ, ਉਹਨਾਂ ਦੀ ਸਾਰੀ ਤ੍ਰਿਸ਼ਨਾ ਦੀ ਭੁੱਖ ਜਿਹੜੀ ਉਹ ਚਲੇ ਜਾਂਦੀ ਹੈ। ਅਤੇ ਉਂਝ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ ਹੈ, ਭਾਵੇਂ ਬੰਨਾਂ ਪੁਰੀਆਂ ਭਾਰ। ਸੋ ਜਿੰਨਾ ਮਰਜ਼ੀ ਇਹਨੂੰ ਪ੍ਰਾਪਤ ਹੋ ਜਾਵੇ, ਇਹਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਕਦੀ ਖਤਮ ਹੁੰਦੀ ਹੈ। ਜਦੋਂ ਅੰਦਰੋਂ ਨਾਮ ਚੱਲਦਾ ਫਿਰ ਤ੍ਰਿਸ਼ਨਾ ਦੀ ਭੁੱਖ ਚਲੇ ਜਾਂਦੀ ਹੈ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਹੁੰਦੇ ਨੇ, ਉਹਨਾਂ ਦੇ ਪੱਲੇ ਦੇ ਵਿੱਚ ਨਾਮ ਹੀ ਹੁੰਦਾ ਹੈ। ਹੁਣ ਨਾਮੋ ਪੱਲੇ ਪਾਏ, ਨਾਮ ਕਿਹਦੇ ਤੋਂ ਪੱਲੇ ਪੈਂਦਾ? ਨਾਮ ਹੁਣ ਮੈਂ ਆਪਣੇ ਨਾਮ ਪੱਲੇ ਪਾਉਣਾ ਹੈ। ਮਹਾਰਾਜ ਕਹਿੰਦੇ ਜਿਹੜੇ ਨਾਮ 'ਚ ਰੱਤੇ ਹੋਏ ਨੇ ਉਹਨਾਂ ਦੇ ਨਾਲ ਸੰਗਤ ਕਰ ਹੈ। ਜਦੋਂ ਨਾਮ ਦੇ ਵਿੱਚ ਰੱਤਿਆਂ ਹੋਇਆਂ ਦੇ ਨਾਲ ਆਪਾਂ ਸੰਗਤ ਕਰਾਂਗੇ ਤਾਂ ਸਾਡੇ ਪੱਲੇ ਵਿੱਚ ਵੀ ਨਾਮ ਪਵੇਗਾ। ਉਹਦਾ ਨਾਮ ਪੱਲੇ ਨਹੀਂ ਪੈਂਦਾ। ਪੱਲੇ ਪੈਣ ਤੋਂ ਨਾ ਸਮਝ ਹੀ ਨਹੀਂ ਲੱਗਦੀ, ਸੋਝੀ ਨਹੀਂ ਪੈਂਦੀ ਹੈ। ਕਹਿਣਾ ਤੇਰੇ ਪੱਲੇ ਨਹੀਂ ਕੁਝ ਪੈਂਦਾ। ਕਹਿਣਾ ਹਾਂ, ਜਿਹੜੇ ਰੰਗ ਰੱਤੜੇ ਹੁੰਦੇ ਨੇ ਨਾਮ ਦੇ ਵਿੱਚ ਰੱਤੇ ਹੋਏ, ਉਹਨਾਂ ਦੇ ਨਾਲ ਕਿਤੇ ਸੋ ਗੱਲਬਾਤ ਕਰਨੀ ਮਿਲ ਜਾਵੇ, ਸੋ ਵਿਚਾਰ ਮਿਲ ਜਾਵੇ, ਅਤੇ ਫਿਰ ਪੱਲੇ ਪੈ ਜਾਂਦਾ, ਫਿਰ ਸਮਝ ਵਿੱਚ ਆ ਜਾਂਦੀ ਬਾਤ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਕਰ ਛੋੜ ਗਿਆ। ਜਿਸ ਨੂੰ ਸਤਿਗੁਰ ਪੁਰਖ ਦੀ ਮਾਰ ਪਈ ਹੁੰਦੀ ਹੈ। ਹੁਣ ਮਾਰ ਕਿੱਦਾਂ ਪੈਂਦੀ ਵੀ? ਸਤਿਗੁਰ ਪੁਰਖ ਦੀ ਮਾਰ ਕਿੱਦਾਂ ਪੈਂਦੀ ਹੈ? ਜਿਸ ਦਾ ਸਤਿਗੁਰੂ 'ਤੇ ਭਰੋਸਾ ਨਹੀਂ, ਜਿਹਦਾ ਗੁਰੂ 'ਤੇ ਭਰੋਸਾ ਨਹੀਂ, ਬਾਣੀ 'ਤੇ ਭਰੋਸਾ ਨਹੀਂ ਹੈ, ਬੰਦਿਆਂ 'ਤੇ ਭਰੋਸਾ ਕਰਦਾ, ਆਪਣੇ ਸਰੀਰਕ ਬਲ 'ਤੇ ਭਰੋਸਾ ਕਰਦਾ, ਧਨ ਦੌਲਤ 'ਤੇ ਭਰੋਸਾ ਕਰਦਾ, ਹੋਰ ਸਭ ਕਾਸੇ 'ਤੇ ਭਰੋਸਾ ਕਰੀ ਜਾਂਦਾ, ਰੱਬ 'ਤੇ ਭਰੋਸਾ ਹੈ ਨਹੀਂ। ਉਹਨੂੰ ਕਿਹਾ ਜਾਂਦਾ ਵੀ ਇਹਨੂੰ ਤਾਂ ਰੱਬ ਦੀ ਮਾਰ ਪੈ ਗਈ। ਫਿਰ ਰੱਬ 'ਤੇ ਭਰੋਸਾ ਨਹੀਂ। ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਭ੍ਰਮ ਭ੍ਰਮਿਆ ਘਰ ਛੋੜ ਗਿਆ। ਸੁਭਾਵ ਇਹਦਾ ਜਿਹੜਾ ਮਨ ਹੈ ਨਾ, ਉਹ ਭਟਕਣਾ 'ਚ ਹੀ ਪਿਆ ਰਹਿੰਦਾ ਅਤੇ ਘਰ ਛੋੜ ਗਿਆ, ਘਰੋਂ ਬਾਹਰ ਹੀ ਭੱਜਿਆ ਰਹਿੰਦਾ, ਟਿਕਦਾ ਹੀ ਨਹੀਂ। ਮਨ ਦਾ, ਉਹਦੇ ਉਸ ਮਨ ਦਾ ਕਦੀ ਟਿਕਾ ਹੀ ਨਹੀਂ ਬਣਦਾ ਜਿਹਦਾ ਰੱਬ 'ਤੇ ਭਰੋਸਾ ਨਹੀਂ ਹੈ। ਅਤੇ ਉਹਦੀ ਭਟਕਣਾ ਬਣੀ ਰਹਿਣੀ, ਅੱਠੇ ਪੈਰ ਘਰ ਛੋੜ ਗਿਆ, ਘਰ ਵਿੱਚ ਉਹਦਾ ਟਿਕਾ ਹੀ ਨਹੀਂ ਬਣਦਾ ਹੈ। ਪਾਤਸ਼ਾਹ ਕਹਿੰਦੇ ਨੇ ਉਸ ਪਿੱਛੇ ਵੱਜੈ ਫਕੜੀ, ਮੂੰਹ ਕਾਲਾ ਆਗੇ ਭਇਆ। ਉਹਦੇ ਪਿੱਛੇ ਕਹਿੰਦੇ ਫਕੜੀ ਵੱਜਦੀ ਰਹਿੰਦੀ ਹੈ। ਜਿਹਨੂੰ ਰੱਬੀ ਮਾਰ ਪਈ ਹੁੰਦੀ ਨਾ, ਭਾਵ ਜਿਹਦਾ ਰੱਬ 'ਤੇ ਭਰੋਸਾ ਨਹੀਂ, ਉਹਦੇ ਪਿੱਛੇ ਫਕੜੀ ਵੱਜਣੀ ਹੁੰਦਾ ਵੀ ਡੌਂਡੀ ਪਿੱਟਣੀ। ਸੋ ਭਾਵ ਇੱਥੇ ਵੀ ਉਹਦੀ ਡੌਂਡੀ ਪਿੱਟ ਹੋਣ ਲੱਗ ਪੈਂਦੀ, ਉਹਨੂੰ ਚੰਗਾ ਕੰਮ ਕਰਦਾ ਮੰਦਾ ਹੋ ਜਾਂਦਾ। ਉਹਦਾ ਹਰ ਇੱਕ ਕੰਮ ਦੇ ਵਿੱਚ ਉਹਦੀ ਬੇਇੱਜ਼ਤੀ ਹੋਣੀ ਸ਼ੁਰੂ ਹੋ ਜਾਂਦੀ ਹੈ, ਅਪਮਾਨ ਹੋਣਾ ਸ਼ੁਰੂ ਹੋ ਜਾਂਦਾ। ਉਹਨੂੰ ਕਹਿੰਦੇ ਆ ਫੱਕੜੀ ਵੱਜਣੀ, ਵੀ ਉਹਦੀ ਢੋਲਕ ਵੱਜੀ ਜਾਣਾ, ਉਹਦਾ ਡੌਂਡੀ ਪਿੱਟ ਹੁੰਦੀ ਜਾਣੀ ਹੈ। ਸੋ ਆਹ ਫੱਕੜੀ ਉਹਦੀ ਵੱਜਦੀ ਹੈ, ਕਿਉਂਕਿ ਰੱਬ 'ਤੇ ਭਰੋਸਾ ਹੀ ਨਹੀਂ ਹੈ। ਡੌਂਡੀ ਪਿੱਟ ਹੋਣੀ ਹੈ। ਅਤੇ ਦਰਗਾਹ ਦੇ ਵਿੱਚ ਵੀ ਉਸ ਦਾ ਮੂੰਹ ਕਾਲਾ ਹੁੰਦਾ। ਦਰਗਾਹ ਵਿੱਚ ਤਾਂ ਆਹੀ ਅਪਰਾਧ ਬਹੁਤ ਵੱਡਾ ਹੈ।
ਜੇ ਦਰਗਾਹ ਵਿੱਚ ਜਦੋਂ ਜਨ ਸਭ ਤੋਂ ਵੱਡਾ ਅਪਰਾਧ ਹੈ ਵੀ ਰੱਬ ਇਹਨੂੰ ਮੰਨਿਆ ਹੀ ਨਹੀਂ, ਰੱਬ ਨੂੰ, ਰੱਬ ਹੈ ਹੀ ਨਹੀਂ, ਰੱਬ 'ਤੇ ਭਰੋਸਾ ਹੀ ਨਹੀਂ ਇਸ ਦਾ ਵੱਜਾ। ਹੁਣ ਗੁਰਬਾਣੀ ਦੇ ਨਾਲ ਜਿਹੜਾ ਬੰਦਾ ਜੁੜਦਾ, ਗੁਰਬਾਣੀ ਤਾਂ ਇਹੀ ਦ੍ਰਿੜ ਕਰਾਉਂਦੀ ਵੀ ਹੈ ਤੂੰ ਹੋਵਨਹਾਰ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਜੈ ਜੈ ਵੇਖੋ ਤੈਂ ਹਜ਼ੂਰ। ਤਦੇ ਬਾਣੀ ਪੜ੍ਹਨੀ ਸੁਣਨੀ ਵਿਚਾਰਨੀ ਬੜੀ ਜ਼ਰੂਰੀ ਹੈ ਵੀ ਘੱਟੋ ਘੱਟ ਰੱਬ 'ਤੇ ਭਰੋਸਾ ਤਾਂ ਆਵੇ। ਨਹੀਂ ਦਿਸਦਾ, ਨਹੀਂ ਦੇਖਿਆ, ਉਹ ਤਾਂ ਵੱਖਰੀਆਂ ਗੱਲਾਂ ਹਨ। ਇਹ ਤਾਂ ਵਿਸ਼ਵਾਸ ਹੋਵੇ ਵੀ ਉਹ ਹੈ, ਜਿਹਦੇ ਆਸਰੇ ਸੋ ਸਾਰਾ ਕੁਝ ਚੱਲਦਾ ਪਿਆ। ਕਹੋ ਕਬੀਰ ਅੰਬਰ ਕਾਸਿਓਂ ਲਾਗਾ, ਕਹਿੰਦੇ ਜੇ ਕਹਿੰਦੇ ਰੱਬ ਹੈ ਨਹੀਂ, ਵੈਸ਼ ਆਕਾਸ਼ ਕਿਹਦੇ ਸਹਾਰੇ ਖੜਾ। ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਉਹ ਜੋ ਦੀਸੇ ਅੰਬਰ ਤਾਰੇ ਕਿਨੇ ਚੀਤੇ ਚੀਤਨਹਾਰੇ, ਤਾਰਿਆਂ ਨੂੰ ਕਿਨੇ ਬਣਾਇਆ, ਚੰਦ ਸੂਰਜ ਕਿਨੇ ਬਣਾਏ ਹੋਏ ਨੇ, ਕਿਹਦੀ ਸ਼ਕਤੀ ਆ। ਕਹਿੰਦੇ ਕੁਦਰਤ, ਤੇ ਕੁਦਰਤ ਕਿਹਦੀ ਸਾਜੀ ਹੋਈ ਹੈ। ਕਈ ਕੁਦਰਤ ਨੂੰ ਮੰਨਦੇ ਆ ਤੇ ਰੱਬ ਨੂੰ ਨਹੀਂ ਮੰਨਦੇ। ਭਾਈ ਕੁਦਰਤ ਦਾ ਵੀ ਤਾਂ ਕੋਈ ਕਾਦਰ ਹੈ ਨਾ, ਕੁਦਰਤ ਦਾ ਖਸਮ ਹੈ, ਕੁਦਰਤ ਦਾ ਕਾਦਰ ਹੈ। ਕੁਦਰਤ ਆਪ ਕੁਝ ਨਹੀਂ ਕਰ ਸਕਦੀ, ਕੁਦਰਤ ਦੇ ਹੁਕਮ ਦੇ ਵਿੱਚ ਚੱਲਦੀ। ਤਦੇ ਆਸਾ ਦੀ ਵਾਰ 'ਚ ਮਾਰਨ ਡੇ ਦਿੱਤਾ, ਭੈ ਵਿੱਚ ਪਾਵਨ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਸਾਰੀ ਕੁਦਰਤ ਉਹਦੇ ਭੈ ਦੇ ਵਿੱਚ ਚੱਲਦੀ ਪਈ, ਹੁਕਮ ਦੇ ਵਿੱਚ ਚੱਲਦੀ ਪਈ ਹੈ। ਹੁਣ ਜਿਹੜਾ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਗਿਆ, ਨਾਲੇ ਤਾਂ ਕਹਿੰਦੇ ਇੱਥੇ ਉਹਦੀ ਬੇਇੱਜ਼ਤੀ, ਹਰ ਕੰਮ ਵਿੱਚ ਉਹਦੀ ਬੇਇੱਜ਼ਤੀ ਹੋਵੇਗੀ। ਅਤੇ ਦਰਗਾਹ ਦੇ ਵਿੱਚ ਸਭ ਤੋਂ ਵੱਡਾ ਇਹੋ ਅਪਰਾਧ ਹੈ ਵੀ ਇਹਨੇ ਰੱਬ ਦੀ ਹੋਂਦ ਨੂੰ ਮੰਨਿਆ ਹੀ ਨਹੀਂ। ਫਿਰ ਮਹਾਰਾਜ ਕਹਿੰਦੇ ਉੱਥੇ ਕੀ ਹੋਣਾ, ਕਹਿੰਦੇ ਮੂੰਹ ਕਾਲਾ ਪਿਆ, ਉਸ ਆਰਲ ਬਾਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੂਆ। ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਅਤੇ ਫਿਰ ਭਗਤਾਂ ਨੂੰ ਕਿੱਥੋਂ ਮੰਨਦਾ ਹੋਵੇਗਾ। ਰੱਬ ਦੇ ਨਾਮ ਨੂੰ ਤਾਂ ਭਗਤ ਪ੍ਰਗਟ ਕਰਦੇ ਨੇ। ਭਗਤ ਕਹਿੰਦੇ ਪੂਰੀ ਦ੍ਰਿੜਤਾ ਦੇ ਨਾਲ ਹੈ ਵੀ, ਕਿਉਂ ਨਹੀਂ ਹੈ। ਸੋ ਭਗਤ ਇਸ ਚੀਜ਼ ਦਾ ਪ੍ਰਚਾਰ ਕਰਨਗੇ। ਭਗਤ ਜਿੱਥੇ ਜਾਊਗਾ ਉਹ ਕਹਿੰਦਾ ਵੀ ਰੱਬ ਦੀ ਪੂਜਾ ਕਰੋ, ਰੱਬ ਤੋਂ ਬਿਨਾਂ ਕੱਖ ਨਹੀਂ ਹੈ। ਹੁਣ ਜਿਹੜਾ ਰੱਬ ਨੂੰ ਹੀ ਨਹੀਂ ਮੰਨਦਾ ਅਤੇ ਉਹ ਭਗਤਾਂ ਨੂੰ ਕਿਵੇਂ ਮੰਨੇਗਾ। ਹੁਣ ਜਿਹੜਾ ਭਗਤ ਰੱਬ ਦੀ ਗੱਲ ਕਰਦਾ ਅਤੇ ਉਹ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹ ਭਗਤ ਦੇ ਦੁਆਲੇ ਹੋਵੇਗਾ। ਉੱਥੇ ਫਿਰ ਮਹਾਰਾਜ ਕਹਿੰਦੇ ਨੇ, ਕਹਿੰਦੇ ਉਸ ਅਰਲ ਬਾਰਲ ਮੋਹ ਨਿਕਲੈ। ਉਹ ਰੱਬ ਤਾਂ ਹੁਣ ਦਿਸਦਾ ਨਹੀਂ, ਜਿਹੜਾ ਭਗਤ ਹੈ ਨਾ ਅਤੇ ਉਹਨੂੰ ਪੁੱਠਾ ਸਿੱਧਾ ਬਹੁਤ ਬੋਲਦਾ। ਉਹਨੂੰ ਕਹਿੰਦਾ ਕਿੱਥੇ ਤੇਰਾ ਰੱਬ, ਦਿਖਾਲ ਆਪਣਾ ਰੱਬ, ਲੈ ਕੇ ਆਪਣੇ ਰੱਬ ਨੂੰ। ਜਿੱਦਾਂ ਹਰਨਾਕਸ਼ ਕਹਿੰਦਾ ਸੀ, ਅਰਲ ਬਰਲ ਹੀ ਬੋਲਣ ਲੱਗ ਪਿਆ, ਅਰਲ ਬਰਲ ਹੀ ਬੋਲਦਾ ਸੀਗਾ। ਫਿਰ ਨਿੰਦਿਆ ਕਰਨੀ, ਰੱਜ ਕੇ ਨਿੰਦਿਆ ਕਰਨੀ ਰੱਬ ਦੀ, ਰੱਬ ਦੇ ਭਗਤਾਂ ਦੀ। ਉਹਨੂੰ ਕਹਿੰਦੇ ਝੱਗੂ ਸੁੱਟਦਾ, ਜਿੱਦਾਂ ਹਲਕਿਆ ਕੁੱਤਾ ਹੁੰਦਾ ਝੱਗ ਸਿੱਟਦਾ। ਨਿੰਦਾ ਕਰਨੇ ਵਾਲਾ ਜਾਂ ਉਹਨੂੰ ਝੱਗੂ ਸੁੱਟ ਮੂੰਹ 'ਚੋਂ ਝੱਗ ਸਿੱਟਦਾ ਅਤੇ ਜਾਂ ਕਹਿੰਦੇ ਵੀ ਇਹੋ ਜੂਠੇ ਭਾਂਡੇ ਵਿੱਚ ਮੂੰਹ ਪਾਇਆ ਹੋਇਆ ਇਸ ਨੇ, ਜਿਹੜਾ ਨਿੰਦਾ ਕਰਨੇ ਵਾਲਾ। ਜਾਂ ਕਹਿੰਦੇ ਵਿਸ਼ਟਾ ਫੋਲਦਾ। ਬਾਣੀ 'ਚ ਇਹ ਪ੍ਰਮਾਣ ਨੇ ਜਿਹੜੇ ਨਿੰਦਿਆ ਕਰਨੇ ਵਾਲੇ ਨੇ। ਕਹਿੰਦੇ ਨਿਤ ਝੱਗੂ ਸੁੱਟਦਾ ਮੂਆ। ਜਦੋਂ ਮੂੰਹ 'ਚੋਂ ਝੱਗ ਜਾਣ ਲੱਗ ਪਵੇ ਤਾਂ ਵੱਲ ਵੀ ਜ਼ਹਿਰ ਖਾ ਲਈ। ਜਦੋਂ ਮੂੰਹ ਵਿੱਚੋਂ ਝੱਗ ਆ ਜਾਵੇ ਨਾ, ਬੜੇ ਜ਼ਹਿਰੀਲੇ ਨਾਗ ਨੇ ਡੱਸ ਲਿਆ, ਜਿਸ ਨੇ ਜ਼ਹਿਰ ਖਾ ਲਈ, ਬਸ ਵੀ ਸਮਝ ਲਓ ਥੋੜ੍ਹੇ ਚਿਰ 'ਚ ਮਰ ਜਾਂਦਾ। ਅਤੇ ਜਦੋਂ ਹਰ ਵਕਤ ਹੀ ਨਿੰਦੇ, ਹਰ ਵਕਤ ਹੀ ਨਿੰਦੇ ਆ, ਮੂੰਹ 'ਚੋਂ ਝੱਗ ਹੀ ਆਈ ਜਾਂਦੀ ਆ ਅਤੇ ਫਿਰ ਅੰਦਰੋਂ ਬਿਲਕੁਲ ਹੀ ਡੈੱਡ ਹੋ ਜਾਂਦਾ ਜੀ, ਅਧਿਆਤਮਕ ਮੌਤੇ ਮਰ ਜਾਂਦਾ। ਇਹਨਾਂ ਬੰਦਿਆਂ ਦਾ ਅਧਿਆਤਮਕ ਜੀਵਨ ਕੱਖ ਨਹੀਂ ਹੁੰਦਾ ਜੀ, ਅੰਦਰੋਂ ਬਿਲਕੁਲ ਉਹ ਜ਼ੀਰੋ ਹੋ ਜਾਂਦੇ, ਡੈੱਡ ਹੋ ਜਾਂਦੇ ਆ। ਕਿਆ ਹੋਵੈ ਕਿਸੈ ਹੀ ਦੇ ਕੀਤਾ, ਜਾਂ ਧੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਕਹਿੰਦੇ ਭਾਈ ਕੋਈ ਕਰ ਵੀ ਕੀ ਸਕਦਾ, ਉਹਦਾ ਕਰਮ ਹੀ ਇਹੋ ਜਿਹਾ ਹੈ, ਕਿਰਤ ਉਹਦਾ ਕਰਮ ਇਹੋ ਜਿਹਾ ਪਿਆ ਹੋਇਆ ਹੈ। ਕਿਤੇ ਕੋਈ ਚੰਗਾ ਕਰਮ ਅੱਗੇ ਆ ਜਾਵੇ, ਕਿਉਂਕਿ ਬਾਣੀ ਇਹ ਗੱਲ ਸਾਨੂੰ ਦੱਸਦੀ ਵੀ ਮਾੜੇ ਤੋਂ ਮਾੜੇ ਬੰਦੇ ਦੇ ਵਿੱਚ ਕੋਈ ਚੰਗਿਆਈ ਹੁੰਦੀ ਹੈ ਜੀ। ਬਸ ਉਹ ਜਿਹੜੀ ਇੱਕ ਚਿਣਗ ਹੈ ਨਾ ਚੰਗਿਆਈ ਦੀ, ਅਤੇ ਉਸ ਬਦੌਲਤ ਕਿਸੇ ਗੁਰਮੁਖ ਨਾਲ ਮੇਲ ਹੋ ਜਾਵੇ, ਸੰਗਤ ਵਿੱਚ ਆਉਣਾ ਹੋ ਜਾਵੇ, ਉਹਦੇ ਨਾਲ ਪੁੰਨ ਵੱਧਦੇ ਆ। ਜਦੋਂ ਪੁੰਨ ਵੱਧਣੇ ਹੈ ਫਿਰ ਗਾਹਾਂ ਤੇ ਗੱਲ ਲਾਗ ਲੱਗਦੀ ਹੈ। ਜੇ ਪਾਪ ਵੱਧਦੇ ਹੈ ਅਤੇ ਪੁੰਨ ਵੀ ਤਾਂ ਵੱਧਦੇ ਹੀ ਹੈ। ਕਦੀ ਪਾਪ ਜ਼ੋਰ ਪਾ ਲੈਂਦੇ ਆ, ਫਿਰ ਕਦੀ ਪੁੰਨ ਜ਼ੋਰ ਪਾ ਲੈਂਦੇ ਆ।
ਉਹ ਪੁੰਨਾਂ ਦੀ ਬਦੌਲਤ ਜੇ ਕਿਸੇ ਗੁਰਮੁਖ ਪਿਆਰੇ ਦੇ ਨਾਲ ਮੇਲ ਹੋ ਜਾਵੇ, ਉਹ ਫਿਰ ਸ਼ਬਦ 'ਤੇ ਲੜ ਲਾ ਦਿੰਦਾ। ਅਤੇ ਸ਼ਬਦ ਵਿੱਚ ਬੜੀ ਤਾਕਤ ਹੈ। ਸ਼ਬਦ ਦੇ ਅੱਗੇ ਨਹੀਂ ਕੋਈ ਪਾਪ ਖੜ੍ਹਦਾ, ਸ਼ਬਦ ਦੇ ਅੱਗੇ ਨਹੀਂ ਕੋਈ ਪਾਪੀ ਖੜ੍ਹਦਾ, ਸ਼ਬਦ ਦੇ ਅੱਗੇ ਨਹੀਂ ਕੋਈ ਨਿੰਦਕ ਖੜ੍ਹਦਾ। ਫਿਰ ਸ਼ਬਦ 'ਚ ਬਲ ਬੜਾ, ਸ਼ਬਦ ਫਿਰ ਆਪਣੀ ਵੱਲ ਨੂੰ ਖਿੱਚ ਲੈਂਦਾ। ਫਿਰ ਉਹ ਜਿਹੜਾ ਕੱਲ੍ਹ ਤਾਈਂ ਕਹਿੰਦਾ ਸੀ ਕਿੱਥੇ ਆ ਰੱਬ, ਉਹ ਵੀ ਮੰਨਣ ਲੱਗ ਪੈਂਦਾ ਵੀ ਨਹੀਂ, ਕਿੱਥੇ ਹੈ ਨਹੀਂ ਰੱਬ। ਇਹਦਾ ਕਹਿੰਦਾ ਕਿੱਥੇ ਹੈ ਨਹੀਂ ਰੱਬ, ਹੁਣ ਤਾਂ ਜਿੱਧਰ ਜਿੱਧਰ ਦੇਖਦਾ ਉੱਧਰ ਉੱਧਰ ਹੀ ਰੱਬ ਹੈ। ਸੋ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਰ ਕੋਈ ਐਸਾ ਨਿੰਦਕ ਹੈ, ਉਹਨੂੰ ਸਮਝਾਉਣ ਦੀ ਵੀ ਨਹੀਂ ਲੋੜ। ਰੱਬ ਦੀ ਨਿੰਦਿਆ ਕਰੀ ਜਾਂਦਾ, ਕਹਿੰਦੇ ਉਹਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਕਹਿੰਦੇ ਉਹਦੇ ਕਰਮ ਹੀ ਇਹੋ ਜਿਹਾ ਵੇ, ਉਹਦਾ ਜਿਹੜਾ ਕਰਮ ਹੀ ਮਾੜਾ। ਚੰਗਾ ਕਰਮ ਆਵੇਗਾ ਅਤੇ ਆਪਣੇ ਆਪ ਇਸ ਨੂੰ ਅਕਲ ਆ ਜਾਵੇਗੀ। ਉਹਦੀ ਨਿੰਦਿਆ ਨੇ ਹੀ ਇਸ ਨੂੰ ਉਲਝਾ ਕੇ ਰੱਖ ਦੇਣਾ। ਬੰਦਾ ਜਦੋਂ ਨਿੰਦਿਆ ਕਰਦਾ, ਆਪਣੀ ਹੀ ਕੀਤੀ ਨਿੰਦਿਆ ਵਿੱਚ ਉਲਝ ਜਾਂਦਾ, ਖੱਪਦਾ। ਜਿਹੜਾ ਨਿੰਦਕ ਹੁੰਦਾ ਪਹਿਲਾਂ ਆਪ ਖੱਪਦਾ, ਤਦੇ ਫਿਰ ਇਹੋ ਜਿਹਾ ਲਫ਼ਜ਼ ਮੂੰਹ 'ਚੋਂ ਬੋਲਦਾ। ਬਸ ਵੀ ਉਹਨਾਂ ਲਫ਼ਜ਼ਾਂ ਦੇ ਵਿੱਚ ਹੀ, ਉਸ ਨਿੰਦਾ ਦੇ ਬੋਲਾਂ ਦੇ ਵਿੱਚ ਕਹਿੰਦੇ ਆਪ ਉਹ ਖੱਪ ਜਾਂਦਾ। ਧੁਰ ਉਹਦਾ ਕਰਮ ਕਹਿੰਦੇ ਇਹੋ ਜਿਹਾ ਪਿਆ ਹੋਇਆ, ਉਹਦੇ ਵੱਸ ਨਹੀਂ ਹੈ। ਜਿੱਥੈ ਉਹ ਜਾਏ ਤਿੱਥੈ ਉਹ ਝੂਠਾ, ਕੂੜ ਬੋਲੇ ਕਿਸੇ ਨਾ ਭਾਵੈ। ਜਿੱਥੇ ਜਾਂਦਾ ਉਹਦਾ ਇਹੋ ਜਿਹਾ ਸਿਸਟਮ ਬਣ ਜਾਂਦਾ, ਸਾਰੇ ਕਹਿਣ ਲੱਗ ਪੈਂਦੇ ਤੂੰ ਝੂਠਾ ਬੰਦਾ ਆ। ਹੁਣ ਉਹਦਾ ਝੂਠ ਕਿਸੇ ਨੂੰ ਚੰਗਾ ਥੋੜ੍ਹੀ ਲੱਗਦਾ। ਕੂੜ ਬੋਲਾ ਬਥੇਰਾ ਬੋਲਦਾ, ਜੇ ਨਗੁਰਾ ਬਾਤਾ ਜਾਣੇ ਬੜੀਆਂ ਗੱਲਾਂ ਕਰਦਾ, ਪਰ ਕਿਸੇ ਨਾ ਭਾਵੈ। ਕਹਿੰਦੇ ਐਵੇਂ ਝੂਠ ਕੁਫਰ ਤੋਲਣ ਡਿਆ। ਕਹਿੰਦੇ ਸੋ ਸਾਰੇ ਫਿਰ ਇਵੇਂ ਕਹਿਣ ਲੱਗ ਪੈਂਦੇ। ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ, ਜੈਸਾ ਕੋਈ ਕਰੇ ਤੈਸਾ ਕੋਈ ਪਾਵੈ। ਫਿਰ ਨਿੰਦਕ ਜਿਹੜਾ ਹੁੰਦਾ ਕਿਸੇ ਦਾ ਵਿਗਾੜ ਕੁਝ ਨਹੀਂ ਸਕਦਾ, ਅਤੇ ਉਹ ਜੋ ਉਹਨੇ ਅਪਰਾਧ ਕੀਤਾ ਉਹਨੂੰ ਖੁਦ ਉਹਦਾ ਫਲ ਭੋਗਣਾ ਪੈਂਦਾ। ਇਹ ਨਿਆਂ ਆ ਸੱਚੇ ਦਾ, ਦਰਗਾਹ ਦਾ, ਸੱਚੇ ਦੀ ਦਰਗਾਹ ਦਾ ਇਹ ਨਿਆਂ ਆ ਵੀ ਜਿੱਦਾਂ ਦਾ ਕੋਈ ਕਿਸੇ ਨਾਲ ਕਰਦਾ ਹੈ, ਉਹਨੂੰ ਉੱਦਾਂ ਦਾ ਫਲ ਪ੍ਰਾਪਤ ਹੋ ਜਾਂਦਾ। ਇਹ ਬ੍ਰਹਮ ਵਿਚਾਰ ਹੋਵੈ ਦਰ ਸਾਚੈ, ਅੱਗੋਂ ਦੇ ਜਨ ਨਾਨਕ ਆਖ ਸੁਣਾਵੈ। ਇਹ ਬ੍ਰਹਮ ਦੀ ਵਿਚਾਰ ਦਾ ਉਪਦੇਸ਼ ਤੁਹਾਨੂੰ ਦੱਸਿਆ, ਅਤੇ ਦਰਗਾਹ ਵਿੱਚ ਇਹ ਗੱਲਾਂ ਹੁੰਦੀਆਂ। ਮਹਾਰਾਜ ਕਹਿੰਦੇ ਦਰਗਾਹ ਦੀਆਂ ਗੱਲਾਂ ਤੁਹਾਨੂੰ ਸਾਂਝੀਆਂ ਕਰ ਦਿੱਤੀਆਂ, ਅਤੇ ਜੋ ਦਰਗਾਹ ਦੇ ਵਿੱਚ ਹੋਣਾ ਅਤੇ ਤੁਹਾਨੂੰ ਆ ਕੇ ਸੁਣਾ ਦਿੱਤਾ। ਅਸੀਂ ਦੇਖਿਆ ਤਾਂ ਸੁਣਾਇਆ, ਪਾਤਸ਼ਾਹ ਕਹਿੰਦੇ। ਸੋ ਇਸ ਕਰਕੇ ਨਿੰਦਾ ਕਿਸੇ ਦੀ ਨਹੀਂ ਕਰਨੀ, ਮਾੜਾ ਨਹੀਂ ਕਿਸੇ ਤੋਂ ਸੋਚਣਾ। ਰੱਬ ਨਹੀਂ ਦਿਸਿਆ ਕੋਈ ਗੱਲ ਨਹੀਂ, ਰੱਬ ਦੀ ਹੋਂਦ ਤੋਂ ਕਦੀ ਮੁਨਕਰ ਨਹੀਂ ਹੋਣਾ। ਕਹਿੰਦੇ ਉਹ ਹੈ, ਬਸ ਇਹ ਦ੍ਰਿੜ ਕਰਕੇ ਬਾਤ ਰੱਖਣੀ ਆ। ਕਹਿੰਦੇ ਨਹੀਂ ਤਾਂ ਫਿਰ ਦਰਗਾਹ ਵਿੱਚ ਆਹ ਫੈਸਲੇ ਹੁੰਦੇ ਨਹੀਂ। ਕਹਿੰਦੇ ਪੌੜੀ ਗੁਰ ਸੱਚਾ ਬੱਧਾ ਥੇ, ਰਖਵਾਲੇ ਗੁਰ ਦਿੱਤੇ। ਸੱਚ ਦਾ ਥੇ, ਸੋ ਗੁਰੂ ਨੇ ਸੱਚ ਦਾ ਥੇ ਬਣਾਤਾ। ਸੱਚ ਦਾ ਥੇ ਕੀ ਹੈ? ਸਾਧ ਸੰਗਤ। ਸੱਚ ਦਾ ਥੇ ਜਿੱਥੋਂ ਸੱਚ ਦ੍ਰਿੜ ਹੁੰਦਾ ਹੈ, ਜਿੱਥੇ ਸੱਚ ਦੀ ਸੋਝੀ ਹੁੰਦੀ ਹੈ, ਜਿੱਥੇ ਸੱਚ ਦੀ ਵਿਚਾਰ ਹੁੰਦੀ, ਉਹਨੂੰ ਸੱਚ ਦਾ ਥੇ ਕਹਿੰਦੇ, ਸੱਚ ਦੀ ਜਗ੍ਹਾ। ਇਹ ਗੁਰੂ ਨੇ ਬੰਨ੍ਹ ਦਿੱਤੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕਰਤਾ। ਜਿਸ ਪਿੰਡ ਜਾਂਦੇ ਸੀ ਕਹਿੰਦੇ ਭਈ ਧਰਮਸ਼ਾਲਾ ਬਣਾਓ, ਉੱਥੇ ਸੱਚ ਦਾ ਥੇ ਹੀ ਬਣਾਉਂਦੇ ਸੀਗੇ। ਰਖਵਾਲੇ ਗੁਰ ਦਿੱਤੇ, ਅਤੇ ਨਾਲੇ ਵੀ ਮਹਾਰਾਜ ਦੀ ਤਕੀਦ ਹੁੰਦੀ ਸੀ, ਭਾਈ ਜਿਹੜਾ ਸੱਚ ਦਾ ਥੇ ਹੈ ਇਹਦੀ ਰੱਖਿਆ ਵੀ ਕਰਨੀ ਹੈ। ਰੱਖਿਆ ਕਿੱਦਾਂ ਆ? ਸੋ ਇਹਦੇ ਵਿੱਚ ਕੂੜ ਨਹੀਂ ਗੱਡ ਹੋਣਾ ਚਾਹੀਦਾ, ਇਹਦੇ ਵਿੱਚ ਦੁਨਿਆਵੀ ਗੱਲਾਂ ਨਹੀਂ ਚਾਹੀਦੀਆਂ, ਇਹਦੇ ਵਿੱਚ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਚਾਹੀਦੀ। ਸੋ ਇਹ ਚੀਜ਼ ਸ਼ਬਦ ਹੀ ਹੈ ਰਖਵਾਲੇ। ਬਾਣੀ ਪੜ੍ਹ ਹੋਵੇ, ਬਸ ਬਾਣੀ ਦੀ ਵਿਚਾਰ ਹੋਵੇ, ਕਥਾ ਹੋਵੇ, ਕੀਰਤਨ ਹੋਵੇ, ਇਹੀ ਰਖਵਾਲੇ। ਭਾਵ ਸਤ ਸੰਗੀ ਜਿਹੜੇ ਸੱਚ ਦੇ ਥੇ 'ਤੇ ਬਹਿੰਦੇ ਨੇ, ਉਹਨਾਂ ਨੂੰ ਰਖਵਾਲੇ ਬਣਾ ਦਿੱਤਾ ਮਹਾਰਾਜ ਨੇ। ਉਹੀ ਕਹਿੰਦੇ ਨੇ ਵੀ ਸਾਧ ਸੰਗਤ ਹੈ, ਇੱਥੇ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ। ਹੋਰ ਬਾਹਰੋਂ ਥੋੜ੍ਹੀ ਆਣ ਕੇ ਕੋਈ ਕਹਿੰਦਾ। ਰਖਵਾਲੇ ਗੁਰ ਦਿੱਤੇ, ਜਿਨ੍ਹਾਂ ਨੂੰ ਮਹਾਰਾਜ ਨੇ ਸੱਚ ਦਾ ਥੇ ਦੇ ਦਿੱਤਾ, ਸੰਗਤ ਦੇ ਦਿੱਤੀ, ਉਹੀ ਰਖਵਾਲੇ ਬਣਾ ਦਿੱਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਰਖਵਾਲੇ ਗੁਰ ਦਿੱਤੇ, ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਸੋ ਇਹ ਸੱਚ ਦੇ ਥੇ 'ਤੇ ਆਣ ਕੇ ਜਿਨ੍ਹਾਂ ਦੇ ਮਨ
ਸੋ ਸ਼ਬਦ ਦੇ ਵਿੱਚ ਰੱਤੇ ਜਾਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਕੋਈ ਆਸ ਅਧੂਰੀ ਨਹੀਂ ਰਹਿੰਦੀ, ਕਹਿੰਦੇ ਉਹਨਾਂ ਦੀਆਂ ਸਾਰੀਆਂ ਆਸਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ। ਔਰ ਸਭ ਤੋਂ ਵੱਡੀ ਆਸ ਇਹੀ ਹੁੰਦੀ ਵੀ ਮਨ ਜਿਹੜਾ ਉਹਦੇ ਵਿੱਚ ਰੱਤਿਆ ਜਾਵੇ, ਕਹਿੰਦੇ ਆਸ ਪੂਰੀ ਹੋ ਜਾਂਦੀ ਹੈ, ਹੋਰ ਕਿਤੇ ਵੀ ਨਹੀਂ ਪੂਰੀ ਹੋ ਸਕਦੀ। ਕਹਿੰਦੇ ਮਨ ਨੂੰ ਰੰਗਣ ਦੇ ਵਾਸਤੇ ਤੇ ਜੇ ਘਰ ਤਾਂ ਛੱਡਦਾ ਜਾਂ ਜੰਗਲਾਂ 'ਚ ਪਹਾੜਾਂ ਜਾਂਦਾ, ਤੀਰਥਾਂ 'ਤੇ ਭਟਕਦਾ, ਨਹੀਂ ਮਨ ਰੱਤਿਆ ਜਾਂਦਾ। ਪਾਤਸ਼ਾਹ ਕਹਿੰਦੇ ਜਿਹੜਾ ਸੱਚ ਥੇ ਹੈ ਨਾ, ਸੰਗਤ ਹੈ, ਇੱਥੇ ਹੀ ਮਨ ਰੱਤਿਆ ਜਾਂਦਾ ਹੈ। ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹੱਤੇ। ਸਤਿਗੁਰੂ ਜੀ ਬੜੇ ਕਿਰਪਾਲੂ ਨੇ, ਜਿਹੜੇ ਇਸ ਸੱਚ ਦੇ ਥੇ ਦੇ ਮਾਲਕ ਨੇ। ਸਤਿਗੁਰੂ ਬੜੇ ਕਿਰਪਾਲੂ ਨੇ ਪਾਤਸ਼ਾਹ ਕਹਿੰਦੇ, ਤੇ ਬੇਅੰਤ ਗੁਣਾਂ ਦੇ ਮਾਲਕ ਨੇ, ਬੇਅੰਤ ਅਵਗੁਣ ਸਭ ਹੱਤੇ। ਸਤਿਗੁਰੂ ਜੀ ਕਿਰਪਾ ਦੇ ਘਰ ਨੇ, ਤੇ ਜਿੰਨੇ ਮਰਜ਼ੀ ਫਿਰ ਸਾਡੇ ਅੰਦਰ ਅਵਗੁਣ ਹੋਣ, ਉਹ ਸਾਰਿਆਂ ਅਵਗੁਣਾਂ ਦਾ ਨਾਸ਼ ਕਰ ਦਿੰਦੇ ਨੇ। ਬੇਅੰਤ, ਬੜੇ ਬੇਅੰਤ ਨੇ ਸਤਿਗੁਰੂ ਜੀ। ਅਵਗੁਣ ਸਭ ਹੱਤੇ, ਹੱਤੇ ਹੁੰਦਾ ਮਾਰ ਦੇਣਾ, ਖਤਮ ਕਰ ਦੇਣਾ। ਅਵਗੁਣਾਂ ਨੂੰ ਜੇ ਤਾਂ ਖਤਮ ਕਰ ਲਿਆ ਤਾਂ ਜ਼ਿੰਦਗੀ ਹੈ, ਜੇ ਅਵਗੁਣ ਨਾ ਖਤਮ ਕੀਤੇ ਤਾਂ ਇੱਕ ਦਿਨ ਅਵਗੁਣਾਂ ਨੇ ਆਪਾਂ ਨੂੰ ਖਤਮ ਕਰ ਦੇਣਾ। ਇਸ ਕਰਕੇ ਜਿੰਨੀ ਛੇਤੀ ਹੋ ਸਕੇ ਇਹਨਾਂ ਦਾ ਖਾਤਮਾ ਕਰਨਾ ਚਾਹੀਦਾ। ਗੁਰੂ ਕਰ ਸਕਦਾ, ਸ਼ਬਦ ਕਰ ਸਕਦਾ ਅਵਗੁਣਾਂ ਦਾ ਖਾਤਮਾ, ਅਸੀਂ ਨਹੀਂ ਕਰ ਸਕਦੇ। ਗੁਰ ਆਪਣੀ ਕਿਰਪਾ ਧਾਰ ਆਪਣੇ ਘਰ ਲਿੱਤੇ। ਅਸੀਂ ਗੁਰੂ ਦੇ ਬਣੇ ਹੀ ਨਹੀਂ ਸਕਦੇ, ਸਾਡੇ 'ਚ ਕੁਆਲਿਟੀ ਨਹੀਂ ਹੈ ਵੀ ਗੁਰੂ ਦੇ ਬਣ ਜਾਈਏ। ਹਾਂ, ਕਿਤੇ ਗੁਰੂ ਕਿਰਪਾ ਕਰ ਦੇਵੇ, ਸਾਡੇ ਵਿੱਚੋਂ ਸਾਡੇ ਅਵਗੁਣਾਂ ਨੂੰ ਮੇਟ ਦੇ, ਅਵਗੁਣ ਖਤਮ ਕਰ ਦੇਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਚਾਂਸ ਹੈਗੇ ਆ। ਕਹਿੰਦੇ ਗੁਰ ਆਪਣੀ ਕਿਰਪਾ ਧਾਰ। ਗੁਰੂ ਆਪਣੇ ਕੋਲੋਂ ਸਾਨੂੰ ਜਿੱਦਾਂ ਬੰਦਗੀ ਦਿੰਦਾ, ਨਾਮ ਦਿੰਦਾ, ਆਪਣੇ ਕੋਲੋਂ ਬਾਣੀ ਦਿੰਦਾ, ਸੇਵਾ ਦਿੰਦਾ। ਜੇ ਹੁਣ ਅਸੀਂ ਸੇਵਾ ਕਰਨ ਲੱਗੇ ਹਾਂ, ਗੁਰੂ ਨੇ ਆਪਣੇ ਕੋਲੋਂ ਸੇਵਾ ਦਿੱਤੀ। ਜੇ ਪਾਠ 'ਚ ਮਨ ਲੱਗਦਾ ਤਾਂ ਮਤਲਬ ਬਾਣੀ ਗੁਰੂ ਨੇ ਆਪਣੇ ਕੋਲੋਂ ਦਿੱਤੀ ਵੀ ਇੱਦਾਂ ਪੜ੍ਹਿਆ ਕਰ। ਨਾਮ ਆਪਣੇ ਕੋਲੋਂ ਦਿੰਦਾ ਹੈ। ਸੋ ਜਿਨ੍ਹਾਂ ਨੂੰ ਫਿਰ ਉਹਨੇ ਆਪਣੇ ਕਰਨਾ ਹੁੰਦਾ ਨਾ, ਆਪਣੇ ਕੋਲੋਂ ਗੁਰੂ ਭਗਤੀ ਦਿੰਦਾ, ਬੰਦਗੀ ਦਿੰਦਾ, ਫਿਰ ਆਪਣੇ ਬਣਾ ਲੈਂਦਾ। ਅਤੇ ਉਹ ਫਾਰਮੈਲਿਟੀ ਸਾਰੀ ਉਹੋ ਹੀ ਆ ਵੀ ਉਹਦਾ ਹੋਵੇਗਾ, ਉਹਦੇ ਵਿੱਚ ਰਤਿਆ ਜਾਵੇਗਾ, ਤੇਰੇ 'ਚ ਕੋਈ ਅਵਗੁਣ ਨਹੀਂ ਹੋਵੇਗਾ, ਤੂੰ ਸੱਚਾ ਬਣੇਗਾ, ਫਿਰ ਗੁਰੂ ਦੇ ਵਿੱਚ ਗੱਢਿਆ ਜਾਵੇਗਾ। ਅਤੇ ਉਹ ਫਿਰ ਸਤਿਗੁਰੂ ਜੀ ਉਹਨੂੰ ਪਹਿਲਾਂ ਸੱਚਾ ਸੁੱਚਾ ਬਣਾਉਂਦੇ ਆ। ਸੱਚਾ ਸੁੱਚਾ ਉਹਦੇ ਮਨ ਵਿੱਚ ਪੂਰਨ ਵਿਸ਼ਵਾਸ, ਪੂਰਨ ਦ੍ਰਿੜ ਵਿਸ਼ਵਾਸ ਹੋ ਜਾਂਦਾ ਵੀ ਹਾਂ ਹੈ, ਤੂੰ ਹੈ, ਵੀ ਹੈ ਤੂੰ। ਪੂਰਨ ਵਿਸ਼ਵਾਸ ਦ੍ਰਿੜ ਕਰਾਉਂਦਾ, ਫਿਰ ਉਹੋ ਜਿਹਾ ਆਪਣੇ ਵਰਗਾ ਬਣਾ ਕੇ ਆਪਣੇ ਵਿੱਚ ਆਪਣੇ ਕਰ ਲਿੱਤੇ। ਕਹਿੰਦੇ ਆਪਣੇ ਕਰ ਲੈਂਦੇ। ਜਿਹੜਾ ਫਿਰ ਗੁਰੂ ਦਾ ਬਣ ਜਾਂਦਾ ਫਿਰ ਉਹਨੂੰ ਕਿਸ ਚੀਜ਼ ਦੀ ਕਮੀ ਥੋੜ੍ਹੀ ਆ ਕੋਈ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ। ਗੁਰੂ ਰਾਮਦਾਸ ਜੀ ਕਹਿੰਦੇ ਐਸਾ ਜਿਹੜਾ ਗੁਰੂ ਆਪਣੇ ਕੋਲੋਂ ਬੰਦਗੀ ਦਿੰਦਾ, ਫਿਰ ਸਾਡੀਆਂ ਗਲਤੀਆਂ ਭੁੱਲਾਂ, ਜਦੋਂ ਬੰਦਾ ਕੁਝ ਸਿੱਖਦਾ ਤੇ ਪਹਿਲਾਂ ਬੜੀਆਂ ਗਲਤੀਆਂ ਕਰਦਾ ਹੈ, ਨਹੀਂ ਪਤਾ ਲੱਗਦਾ। ਕੋਈ ਵੀ ਕੰਮ ਆਪਾਂ ਸਿੱਖਣਾ ਹੋਵੇ ਕਿੰਨੀਆਂ ਗਲਤੀਆਂ ਕਰਦੇ ਹਾਂ। ਅਤੇ ਜੇ ਤਾਂ ਸਿਖਾਲਣੇ ਵਾਲਾ ਸਾਡੀਆਂ ਗਲਤੀਆਂ ਨੂੰ ਮੁਆਫ ਕਰੀ ਜਾਂਦਾ ਹੈ ਅਤੇ ਗਾਹਾਂ ਫਿਰ ਵਾਰ-ਵਾਰ ਦੱਸਦਾ, ਫਿਰ ਸਿੱਖ ਜਾਈਦਾ। ਜੇ ਉਹ ਕਹਿੰਦਾ ਨਾ ਵੀ ਤੂੰ ਗਲਤੀਆਂ ਬੜੀਆਂ ਕਰਦੇ, ਜਾ ਬਾਹਰ ਜਾ ਕਹਿਣਾ, ਕਲਾਸ 'ਚੋਂ ਬਾਹਰ ਚਲ ਜਾ, ਫਿਰ ਕੀ ਸਿੱਖ ਲੈਣਾ ਉਸਨੇ। ਜਿਹੜਾ ਕਲਾਸ ਦੇ ਅੰਦਰ ਰਹਿ ਕੇ ਨਹੀਂ ਸਿੱਖ ਸਕਦਾ, ਬਾਹਰ ਰਹਿ ਕੇ ਕੀ ਸਿੱਖ ਲਊਗਾ। ਇਹ ਤਾਂ ਸਤਿਗੁਰੂ ਜੀ ਬੜੇ ਬੇਅੰਤ ਨੇ। ਇੱਕ ਵਾਰੀ ਗਲਤੀ ਕਰ ਲਈ ਭਾਵੇਂ 100 ਵਾਰੀ ਕਰ ਲਈ, ਨਾਲੇ ਮਾਫ ਕਰਦੇ ਨੇ, ਨਾਲੇ ਅੱਗੋਂ ਦੱਸਦੇ ਨੇ। ਅਤੇ ਜੇ ਫਿਰ ਵੀ ਕਹਿੰਦਾ ਮਹਾਰਾਜ ਤੁਸੀਂ ਦੱਸਦੇ ਤਾਂ ਹੈਗੇ, ਮੇਰੀ ਸਮਝ ਨਹੀਂ ਪੈਂਦਾ, ਅਤੇ ਗੁਰੂ ਸਮਝ ਵਧਾ ਦਿੰਦਾ ਉਹਦੀ। ਫਿਰ ਕਹਿੰਦੇ ਲੈ ਤੇਰੀ ਸਮਝ ਘੱਟ ਸੀ, ਥੋੜ੍ਹੀ ਜਿਹੀ ਸਮਝ ਵਧਾ ਦੇ। ਕਹਿੰਦੇ ਹੁਣ ਦੇਖ ਤੇਰੀ ਸਮਝ ਵਿੱਚ ਪੈਂਦਾ। ਜੇ ਕਹਿੰਦਾ ਹੀ ਨਹੀਂ, ਜੇ ਅੱਛਾ ਕਹੀ ਜਾਂਦਾ ਠੀਕ ਹੈ ਜੀ, ਸਮਝ ਹੈ ਨਹੀਂ। ਜੇ ਹੁਣ ਸਮਝ ਵਿੱਚ ਨਹੀਂ ਪੈਂਦਾ, ਗੁਰੂ ਨੂੰ ਤਾਂ ਕਹਿਣਾ ਹੀ ਪੈਣਾ ਮਹਾਰਾਜ ਸਮਝ ਨਹੀਂ ਆਉਂਦੀ। ਕਹਿਣਾ ਤੁਸੀਂ ਤਾਂ ਠੀਕ ਦੱਸਦੇ, ਮੈਨੂੰ ਨਹੀਂ ਸਮਝ ਪੈਂਦਾ। ਮਹਾਰਾਜ ਨੇ ਸਾਡੀ ਸਮਝ ਵਧਾ ਦੇਣੀ। ਮਤਲਬ ਇੰਨੇ ਕਿਰਪਾਲੂ ਨੇ ਸਤਿਗੁਰੂ ਜੀ। ਇਸ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਮੈਂ ਐਸੇ ਗੁਰੂ ਤੋਂ ਹਮੇਸ਼ਾ ਬਲਿਹਾਰ ਜਿਹਦੇ ਵਿੱਚ ਇੰਨੇ ਗੁਣ ਨੇ। ਸੋ ਭਾਵ ਸਾਰਾ ਹੀ ਉਹ ਗੁਣਾਂ ਦਾ ਹੀ ਭਰਿਆ ਹੋਇਆ ਮੇਰਾ ਸਤਿਗੁਰੂ, ਅਤੇ ਮੈਂ ਉਹ ਤੋਂ ਬਲਿਹਾਰ ਜਾਂਦਾ। ਜਿਹਨੇ ਫਿਰ ਮੈਨੂੰ ਆਪਣੇ ਵਿੱਚ ਮੇਲ ਲਿਆ, ਆਪਣੇ ਵਿੱਚ ਗੱਢ ਦਿੱਤਾ, ਆਪਣੇ ਵਰਗਾ ਬਣਾ ਲਿਆ, ਮੈਂ ਐਸੇ ਗੁਰੂ ਤੋਂ ਬਲਿਹਾਰ ਜਾਂਦਾ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ।
ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕੇ ਮਨ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ। ਜਿਸ ਦੇ ਸੋ ਭਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਖਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਹੂੰ ਆਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋਆ ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰੇ ਹਾ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰ ਸੁਣ ਤੇ ਪੁਨੀਤ ਕਹਿਤੇ ਪਵਿੱਤ ਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਕੇ। ਤੁਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ। ਉਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਅਰਦਾਸ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਜੀ ਸਹਾਇ ਵਾਰ। ਸ਼੍ਰੀ ਗੁਰੂ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ। ਵਾਹਿਗੁਰੂ ਜੀ ਸਿਮਰਨ ਕਰ ਗੁਰਦਾਸ ਤੋਂ ਧਿਆਏ। ਬੰਦੁ ਗੁਰਦੇ ਅਰਦਾਸ ਰਾਮਦਾਸ ਸਹਾਇ। ਆਜਨ ਹਰ ਗੋਬਿੰਦ ਨੂੰ ਸੁਣੋ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਦੇਵ ਬਹਾਦਰ ਸਿਵਰੇ ਆਤਮਾ ਦਿਆਲ ਧਾਈ। ਸਾਧ ਨਾਈ ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੁਖਾਨੀ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਬਾਰੇ ਦਾ ਗਿਆਨ। ਗੁਰੂ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਰ ਛਕਿਆ ਦੇਵ ਜਲਾਈ ਦੇਵਾਨ ਦੇਵ ਕਿਆ ਕਰਨੀਆਂ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸ਼ਕਾਂ ਇਕੜੀਆਂ ਤਪ ਕੇ ਚੀਜ਼ ਦੇ ਵਰਤ ਪਾਏ। ਤਾਨਾ
ਵਾਹਿਗੁਰੂ ਸਿੱਖਾਂ ਦਾ ਆਨੰਦੀ ਨਾਮ ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਭਾਵ ਇਹ ਬਦਲ ਦਰਸ਼ਨ ਕਰ ਅਮਰਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨ ਅੰਦਰ ਦੇ ਦਰੇਮ ਦੀਆਂ ਬਾਣੀਆਂ ਦੇ ਜਾਗ ਤੇ ਆਸ਼ਾ ਦੀ ਦੀਵਾਨ ਸ਼ਬਦ ਦੀ ਵਿਚਾਰ ਵੇਦ ਅੰਸਰ ਦੀਆਂ 6 ਪੌੜੀਆਂ ਦੀ ਜਾਗ ਤੇ ਬਾਣੀ ਦਾ ਮਹਾਤਮਈਆਂ ਸੰਗਤਾਂ ਨੂੰ ਬਖਸ਼ਣਾ ਤੇ ਤੁਲ ਹਾਜ਼ਰ ਕਰਨਾ ਸਰਬੱਤ ਸ਼ਬਦਾਂ ਦੀਆਂ ਬਖਸ਼ਿਆ ਦਾਤਾ ਜੀ ਬੜਾ ਸ਼ਬਦ ਦੀ ਕਮਾਲ ਸੀਲ ਉਸ਼ਾਰ ਸ਼ਬਦਾਂ ਵਿੱਚ ਵਰਤੇ ਜੋ ਸ਼੍ਰੀ ਦਾ ਨਾਮ ਜੀ ਸ਼ਬਦਾਂ ਨੂੰ ਨਿਹਾਲ ਜੀ ਸਿੰਘ ਪਿਆਰੇ ਮਿਲਣੇ ਜਨਮ ਦੇਣਾ ਤੇ ਆਦਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ ਆਪੇ ਅਕਾਲ ਕੀ ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ ਵਾਹਿਗੁਰੂ ਕਾ ਖਾਲਸਾ ਆਖੀ ਰਹੇ ਨਾ ਕੋਏ ਬਚੇ ਬਚੇ ਸ਼ਰਨ ਜੋ ਹੋਏ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਦਾ ਕਰਸੇਨ ਤੇ ਗੁਰ ਪਾਰ ਉਤਾਰਨ ਹਾਰ ਕੇ ਹਾਲ ਕਲਗੀ ਸੋਹੇ ਸੀਸ ਰੱਖਿਆ ਕਰੇ ਗੁਰ ਕਲਗੀ ਧਰ ਜਗਦੀਸ਼ ਸੋਨਿਹਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸਿਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਬਿਲਾਵਲ ਮਹਲਾ ਪੰਜਵਾਂ। ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ। ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ। ਬਿਘਨ ਨ ਲਾਗੈ ਜਪ ਅਲਖ ਅਭੇਵ, ਧਰਤ ਪਨੀਤ ਪਈ ਗੁਣ ਗਾਏ। ਦੁਰਤ ਗਿਆ ਹਰਿ ਨਾਮ ਧਿਆਏ ਰਹਾਉ। ਸਭਨੀ ਥਾਈ ਰਵਿਆ ਆਪ, ਆਦ ਜੁਗਾਦ ਜਾ ਕਾ ਵੱਡ ਪਰਤਾਪ। ਗੁਰ ਪ੍ਰਸਾਦ ਨ ਹੋਇ ਸੰਤਾ, ਗੁਰ ਕੇ ਚਰਨ ਲਗੇ ਮਨ ਮੀਠੇ। ਨਿਰਵਿਘਨ ਹੋਏ ਸਭ ਥਾਈ ਬੂਠੇ, ਸਭ ਸੁਖ ਪਾਏ ਸਤਿਗੁਰ ਤੂਠੇ। ਪਾਰ ਬ੍ਰਹਮ ਪ੍ਰਭ ਪੈ ਰਖਵਾਲੇ, ਜਿਥੈ ਕਿਥੈ ਦੀਸਹਿ ਨਾਲੇ। ਨਾਨਕ ਦਾਸ ਖਸਮ ਪ੍ਰਿਤਪਾਲੇ, ਪਾਰ ਬ੍ਰਹਮ ਪ੍ਰਭ ਪੈ ਰਖਵਾਲੇ। ਜਿਥੈ ਕਿਥੈ ਦੀਸਹਿ ਨਾਲੇ, ਨਾਨਕ ਦਾਸ ਖਸਮ ਪ੍ਰਿਤਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ ਸਤਿਨਾਮ,
ਸਤਨਾਮ ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।